ਸ਼ਿਵ ਕੁਮਾਰ ਬਟਾਲਵੀ ਦੀ ਇੱਕ ਕਵਿਤਾ ਹੈ ਕੰਡਿਆਲੀ ਥੋਰ। ਅੱਜ ਆਪਾਂ ਇਸ ਦੇ ਦਰਦ ਭਰੇ ਸੰਸਾਰ ਵਿੱਚ ਝਾਤ ਪਾਵਾਂਗੇ। ਦੇਖੋ, ਇਹ ਸਿਰਫ ਸ਼ਬਦਾਂ ਦਾ ਜੋੜ ਨਹੀਂ, ਇਹ ਤਾਂ ਇੱਕ ਜ਼ਖਮੀ ਰੂਹ ਦੀ ਆਵਾਜ਼ ਹੈ। ਚਲੋ ਫਿਰ ਇਸ ਦੀਆਂ ਪਰਤਾਂ ਨੂੰ ਫਰੋਲਦੇ ਹਾਂ ਤੇ ਮਹਿਸੂਸ ਕਰਦੇ ਹਾਂ ਉਹ ਦਰਦ ਜੋ ਇਸ ਦੇ ਹਰ ਇੱਕ ਲਫ਼ਜ਼ 'ਚ ਛੁਪਿਆ ਹੋਇਆ। ਕਦੇ ਸੋਚਿਆ ਹੈ, ਭਲਾ ਕੋਈ ਆਪਣੇ ਆਪ ਨੂੰ ਕੰਡਿਆਲੀ ਥੌਰ ਕਿਉਂ ਕਹੇਗਾ? ਫੁੱਲ ਕਿਉਂ ਨਹੀਂ, ਥੌਰ ਕਿਉਂ? ਇਹ ਸਵਾਲ ਹੀ ਤਾਂ ਇਸ ਕਵਿਤਾ ਦੀ ਜੜ ਹੈ। ਇਹ ਕੋਈ ਮਾਮੂਲੀ ਗੱਲ ਨਹੀਂ, ਇਹ ਤਾਂ ਦਰਦ ਦੀ ਇੱਕ ਚੀਖ ਹੈ, ਇੱਕ ਅਜਿਹੀ ਪਹਿਚਾਨ ਦਾ ਐਲਾਨ ਜਿਹੜੀ ਸਿੱਧਾ ਦੁੱਖ 'ਚੋਂ ਜਨਮੀ ਹੈ। ਤਾਂ ਆਓ ਸਭ ਤੋਂ ਪਹਿਲਾਂ ਇਸੇ ਗੱਲ ਨੂੰ ਸਮਝਦੇ ਹਾਂ, ਕੰਡਿਆਲੀ ਥੋਰ ਦੀ ਪਛਾਣ। ਕਵਿਤਾ ਸ਼ੁਰੂ ਹੁੰਦੀ ਹੈ, ਮੈਂ ਕੰਡਿਆਲੀ ਥੋਰ ਵੇ ਸੱਜਣਾ। ਇਹ ਪਹਿਲੀ ਲਾਈਨ ਹੀ ਨਾ ਸਿੱਧੀ ਦਿਲ ਵਿੱਚ ਤੀਰ ਵਾਂਗ ਵੱਜਦੀ ਹੈ। ਇਹ ਕੋਮਲ ਹੋਣ ਤੋਂ ਸਾਫ਼ ਇਨਕਾਰ ਹੈ, ਇੱਕ ਦਰਦ ਭਰਿਆ ਐਲਾਨ, ਜਿਵੇਂ ਬੋਲਣ ਵਾਲੀ ਰੂਹ ਕਹਿ ਰਹੀ ਹੋਵੇ, ਮੇਰੇ ਕੋਲ ਨਾ ਵੀ, ਮੈਂ ਚੁੱਭ ਜਾਵਾਂਗੀ, ਕਿਉਂਕਿ ਉਸ ਨੂੰ ਪਹਿਲਾਂ ਹੀ ਇੰਨੇ ਜ਼ਖਮ ਮਿਲੇ ਨੇ ਕਿ ਹੁਣ ਉਹ ਖੁਦ ਹੀ ਕੰਡਾ ਬਣ ਗਈ ਹੈ। ਪਰ ਸਵਾਲ ਇਹ ਹੈ ਕਿ ਦਰਦ ਆਇਆ ਕਿੱਥੋਂ? ਇਸ ਦੀਆਂ ਜੜ੍ਹਾਂ ਕਿੱਥੇ ਨੇ? ਚਲੋ ਹੁਣ ਉਸ ਇਕੱਲਤਾ ਤੇ ਉਸ ਅਣਗਹਿਲੀ ਦੀ ਗੱਲ ਕਰਦੇ ਹਾਂ ਜਿਸ ਨੇ ਇਸ ਕੰਡਿਆਲੀ ਪਹਿਚਾਣ ਨੂੰ ਜਨਮ ਦਿੱਤਾ। ਕਵਿਤਾ ਦੇ ਵਿੱਚ ਕੁਝ ਤਸਵੀਰਾਂ ਬਣਾਈਆਂ ਗਈਆਂ ਨੇ, ਜਿਵੇਂ ਉੱਗੀ ਵਿੱਚ ਉਜਾੜਾਂ ਜਾਂ ਵਰ ਗਈ ਵਿੱਚ ਪਹਾੜਾਂ, ਇੱਕ ਪੀਰ ਦੀ ਦੇਰੀ ਤੇ ਬਲਦਾ ਇਕੱਲਾ ਦੀਵਾ। ਇਹ ਸਾਰੀਆਂ ਤਸਵੀਰਾਂ ਇਕੱਲਤਾ ਦੀ ਇੱਕ ਬਹੁਤ ਹੀ ਦਰਦਨਾਕ ਕਹਾਣੀ ਦੱਸਦੀਆਂ ਨੇ। ਇੱਕ ਅਜਿਹੀ ਜ਼ਿੰਦਗੀ ਜਿਸ ਨੂੰ ਨਾ ਕਿਸੇ ਮਾਲੀ ਸਿੰਜਿਆ ਤੇ ਨਾ ਕੋਈ ਮੇਰੀ ਛਾਵੇਂ ਬੈਠੇ, ਮਤਲਬ ਨਾ ਪਿਆਰ ਮਿਲਿਆ ਨਾ ਸਹਾਰਾ, ਬਸ ਚਾਰੇ ਪਾਸੇ ਇਕੱਲਤਾ ਹੀ ਇਕੱਲਤਾ। ਪਰ ਗੱਲ ਸਿਰਫ ਇੱਕ ਲਾਲਤਾ ਦੀ ਨਹੀਂ ਹੈ, ਇਸ ਤੋਂ ਵੀ ਡੂੰਗੀ ਇੱਕ ਹੋਰ ਪਰਤ ਹੈ, ਧੋਖੇ ਦੀ। ਇਹ ਕਹਾਣੀ ਹੈ ਉਸ ਬਰਬਾਦੀ ਦੀ ਜਿਸ ਨੇ ਸੁੰਦਰਤਾ ਨੂੰ ਖਤਮ ਕਰ ਦਿੱਤਾ। ਜ਼ਰਾ ਇਸ ਬਦਲਾਅ ਦੀ ਤਰਾਜ਼ਦੀ ਨੂੰ ਮਹਿਸੂਸ ਕਰੋ। ਇੱਕ ਪਾਸੇ ਸੰਭਾਵਨਾ ਸੀ ਕਿ ਉਹ ਖੁਸ਼ਬੂਦਾਰ ਚੰਬੇ ਦੀ ਡਾਲੀ ਬਣਦੀ ਜੋ ਕਿਸੇ ਦੇ ਜੀਵਨ ਨੂੰ ਮਹਿਕਾਉਂਦੀ, ਪਰ ਹਕੀਕਤ ਕੀ ਬਣੀ? ਉਹ ਸਿਰਫ ਬਾਲਣ ਬਣ ਕੇ ਰਹਿ ਗਈ ਜਿਸ ਨੂੰ ਅੱਗ ਵਿੱਚ ਸਾੜ ਦਿੱਤਾ ਗਿਆ। ਇਹ ਤਾਂ ਸਿੱਧਾ-ਸਿੱਧਾ ਸੁੰਦਰਤਾ ਦਾ ਕਤਲ ਹੈ। ਅਗਲੀ ਤਸਵੀਰ ਹੋਰ ਵੀ ਹਿੰਸਕ ਹੈ। ਉਹ ਮਾਨਸਰਾਂ ਦੀ ਮੁਰਗਾਈ, ਯਾਨੀ ਮਾਨਸਰੋਵਰ ਝੀਲ ਦੀ ਖੂਬਸੂਰਤ ਹੰਸਨੀ ਹੋ ਸਕਦੀ ਸੀ, ਆਜ਼ਾਦੀ ਦਾ ਪ੍ਰਤੀਕ। ਪਰ ਹੋਇਆ ਕੀ? ਉਸ ਨੂੰ ਕਿਸੇ ਸ਼ਿਕਰੇ ਨੇ, ਇੱਕ ਸ਼ਿਕਾਰੀ ਬਾਜ਼ ਨੇ ਫੜ ਲਿਆ। ਆਜ਼ਾਦੀ ਖੋਹ ਲਈ ਗਈ ਤੇ ਪਿੱਛੇ ਰਹਿ ਗਿਆ ਸਿਰਫ ਦਰਦ ਤੇ ਬੇਵਸੀ। ਤੇ ਫਿਰ ਆਉਂਦਾ ਹੈ ਸਭ ਤੋਂ ਵੱਡਾ, ਸਭ ਤੋਂ ਭਿਆਨਕ ਧੋਖਾ। ਇੱਕ ਲਾੜੀ ਜਿਸ ਦੀ ਡੋਲੀ ਨੂੰ ਚੁੱਕਣ ਵਾਲੇ ਕਹਾਰੀ ਉਸ ਨੂੰ ਲੁੱਟ ਲੈਣ। ਸੋਚ ਕੇ ਦੇਖੋ, ਜਿਨ੍ਹਾਂ ਨੇ ਰੱਖਿਆ ਕਰਨੀ ਸੀ ਉਹੀ ਲੁਟੇਰੇ ਬਣ ਗਏ, ਤੇ ਉਹ ਵੀ ਉਸ ਵੇਲੇ ਜਦੋਂ ਉਹ ਸਭ ਤੋਂ ਜ਼ਿਆਦਾ ਕਮਜ਼ੋਰ ਤੇ ਬੇਸਹਾਰਾ ਸੀ। ਇਹ ਵਿਸ਼ਵਾਸਘਾਤ ਦੀ ਅਜਿਹੀ ਕਹਾਣੀ ਹੈ ਜੋ ਸੱਚੀ ਰੂਹ ਕੰਬਾ ਦਿੰਦੀ ਹੈ। ਇਹਨਾਂ ਸਾਰੇ ਧੋਖਿਆਂ ਦਾ ਨਤੀਜਾ ਕੀ ਨਿਕਲਿਆ? ਕੂਲੀ ਪੱਟ ਉਮਰ ਦੀ ਚਾਦਰ ਹੋ ਗਈ ਲੀਰਾਂ-ਲੀਰਾਂ। ਮਤਲਬ ਜ਼ਿੰਦਗੀ ਜੋ ਰੇਸ਼ਮ ਵਰਗੀ ਨਰਮ ਹੋਣੀ ਚਾਹੀਦੀ ਸੀ, ਉਹ ਹੁਣ ਲੀਰੋ-ਲੀਰ ਹੋ ਗਈ ਹੈ, ਇੱਕ ਫਟੇ ਹੋਏ ਕੱਪੜੇ ਵਾਂਗ ਜਿਸ ਦੇ ਟੁਕੜਿਆਂ ਨੂੰ ਮੁੜ ਕੇ ਕਦੇ ਜੋੜਿਆ ਨਹੀਂ ਜਾ ਸਕਦਾ। ਅਤੇ ਹੁਣ ਇਸ ਕਹਾਣੀ ਦੇ ਸਿਖਰ ਤੇ ਅਸੀਂ ਉਸ ਅਸਲੀ ਕਾਰਨ ਤੱਕ ਪਹੁੰਚਦੇ ਹਾਂ ਜੋ ਇਸ ਸਾਰੇ ਦਰਦ ਦੇ ਕੇਂਦਰ ਵਿੱਚ ਹੈ, ਇੱਕ ਅਸੰਭਵ ਪਿਆਰ। ਇੱਥੇ ਸਮਾਜ ਦੀ ਵੰਡ ਇੱਕ ਬਹੁਤ ਵੱਡੀ ਦੀਵਾਰ ਬਣ ਕੇ ਖੜੀ ਹੈ। ਇੱਕ ਪਾਸੇ ਹੈ ਰਾਜੇ ਦੀ ਵਰਦੀ, ਯਾਨੀ ਇੱਕ ਗੁਲਾਮ, ਤੇ ਦੂਜੇ ਪਾਸੇ ਹੈ ਰਾਜੇ ਦਾ ਜਾਇਆ, ਯਾਨੀ ਰਾਜਕੁਮਾਰ। ਇਹਨਾਂ ਦੋਵਾਂ ਦੇ ਵਿੱਚ ਇੱਕ ਅਜਿਹੀ ਖਾਈ ਹੈ ਜਿਸ ਨੂੰ ਪਿਆਰ ਵੀ ਨਹੀਂ ਭਰ ਸਕਦਾ, ਤੇ ਸ਼ਾਇਦ ਇਹੀ ਇਸ ਕਹਾਣੀ ਦੀ ਸਭ ਤੋਂ ਵੱਡੀ ਤਰਾਸਦੀ ਹੈ। ਅੱਗੇ ਇੱਕ ਸਵਾਲ ਪੁੱਛਿਆ ਜਾਂਦਾ ਹੈ, ਤੂੰ ਯੋਂ ਦਸਵੇਂ ਮੋਹਰਾ ਸਾਵੇਂ ਮੁਲਕੀ ਖੇਵਣ ਤੇ ਲੈ। ਇਹ ਸਵਾਲ ਆਪਣੇ ਆਪ ਵਿੱਚ ਜਵਾਬ ਹੈ। ਭਲਾ ਸੋਨੇ ਦੀਆਂ ਮੋਹਰਾਂ ਅੱਗੇ ਤਾਂਬੇ ਦੇ ਧੇਲਿਆਂ ਦਾ ਕੀ ਮੁੱਲ? ਇਹ ਸਿਰਫ ਇੱਕ ਸਵਾਲ ਨਹੀਂ, ਇਹ ਆਪਣੇ ਆਪ ਨੂੰ ਬਿਲਕੁਲ ਬੇਕਾਰ, ਤੁੱਛ ਤੇ ਬੇਮੁੱਲਾ ਮਹਿਸੂਸ ਕਰਨ ਦਾ ਇੱਕ ਦਰਦਨਾਕ ਇਕਰਾਰਨਾਮਾ ਹੈ। ਅਤੇ ਅੰਤ ਵਿੱਚ ਕਵਿਤਾ ਸਾਨੂੰ ਇੱਕ ਅਜਿਹੇ ਪਿਆਰ ਦੀ ਕਹਾਣੀ ਤੱਕ ਲੈ ਜਾਂਦੀ ਹੈ ਜੋ ਬਿਲਕੁਲ ਗਲਤ ਸਮੇਂ, ਗਲਤ ਹਾਲਾਤਾਂ ਵਿੱਚ ਹੋਇਆ। ਇੱਕ ਅੰਤਿਮ ਤਰਾਸਦੀ। ਦੇਖੋ, ਕਵਿਤਾ ਦੀਆਂ ਆਖਰੀ ਲਾਈਨਾਂ ਨੂੰ ਸਮਝਣ ਲਈ ਨਾ ਚੱਕਵੀ ਪੰਛੀ ਦੀ ਲੋਕ ਕਥਾ ਨੂੰ ਜਾਣਨਾ ਜ਼ਰੂਰੀ ਹੈ। ਮੰਨਿਆ ਜਾਂਦਾ ਹੈ ਕਿ ਇਹ ਪੰਛੀ ਹਰ ਰਾਤ ਆਪਣੇ ਸਾਥੀ ਤੋਂ ਵਿਛੜ ਜਾਂਦਾ ਹੈ ਤੇ ਸਾਰੀ ਰਾਤ ਦੁੱਖ ਵਿੱਚ ਰੋਂਦਾ ਹੈ, ਤੇ ਜਦੋਂ ਸੂਰਜ ਚੜ੍ਹਦਾ ਹੈ ਉਦੋਂ ਹੀ ਉਹਨਾਂ ਦਾ ਮਿਲਾਪ ਹੁੰਦਾ ਹੈ। ਇਸ ਲਈ ਇਹ ਵਿਛੋੜੇ ਤੇ ਮਿਲਣ ਦੀ ਤਾਂਘ ਦਾ ਇੱਕ ਬਹੁਤ ਵੱਡਾ ਪ੍ਰਤੀਕ ਹੈ। ਤੇ ਇਹੀ ਹੈ ਕਵਿਤਾ ਦਾ ਸਭ ਤੋਂ ਦੁਖਦਾਈ ਚਿੱਤਰ। ਜਿਉਂ ਚੱਕਵੀ ਪਹਿਚਾਣ ਨਾ ਸਕੇ ਚੰਨ ਚੜ੍ਹਿਆਂ ਦਿਉਂ ਵੇਲੇ। ਸੋਚੋ, ਜੇ ਚੰਨ ਰਾਤ ਦੀ ਥਾਂ ਦਿਨ ਵਿੱਚ ਚੜ੍ਹ ਜਾਵੇ ਤਾਂ ਚੱਕਵੀ ਉਸ ਨੂੰ ਪਹਿਚਾਣ ਹੀ ਨਹੀਂ ਸਕੇਗੀ, ਕਿਉਂਕਿ ਉਹ ਸੂਰਜ ਦੀ ਉਡੀਕ ਕਰ ਰਹੀ ਹੈ।
ਬਿਲਕੁਲ ਇਸੇ ਤਰ੍ਹਾਂ ਬੋਲਣ ਵਾਲੀ ਦਾ ਪਿਆਰ ਅਜਿਹੇ ਗਲਤ ਹਾਲਾਤਾਂ ਵਿੱਚ, ਅਜਿਹੇ ਗਲਤ ਸਮੇਂ ਤੇ ਆਇਆ ਹੈ ਕਿ ਜੇਕਰ ਮਿਲਣ ਦਾ ਮੌਕਾ ਮਿਲ ਵੀ ਜਾਵੇ ਤਾਂ ਉਹ ਇੱਕ ਦੂਜੇ ਨੂੰ ਪਹਿਚਾਣ ਹੀ ਨਹੀਂ ਸਕਣਗੇ। ਇਹ ਇੱਕ ਅਜਿਹਾ ਪਿਆਰ ਹੈ ਜੋ ਹਮੇਸ਼ਾ ਲਈ ਗੁਆਚ ਗਿਆ ਹੈ। ਤਾਂ ਫਿਰ ਇਹ ਸਾਰੇ ਤਾਗੇ ਜੁੜ ਕੇ ਇੱਕ ਦਰਦਨਾਕ ਤਸਵੀਰ ਬਣਾਉਂਦੇ ਨੇ। ਇਕਲਤਾ, ਧੋਖਾ, ਟੁੱਟੀਆਂ ਉਮੀਦਾਂ ਤੇ ਇੱਕ ਅਸੰਭਵ ਪਿਆਰ। ਇਹ ਸਭ ਮਿਲ ਕੇ ਕੰਡਿਆਲੀ ਥੋਰ ਦੀ ਪਹਿਚਾਣ ਬਣਾਉਂਦੇ ਹਨ। ਇਹ ਸਿਰਫ ਉਦਾਸੀ ਨਹੀਂ ਹੈ, ਇਹ ਤਾਂ ਦੁੱਖ ਤੋਂ ਬਣਿਆ ਇੱਕ ਕਿਲਾ ਹੈ, ਇੱਕ ਅਜਿਹੀ ਪਹਿਚਾਣ ਜੋ ਸ਼ਾਇਦ ਦੁਨੀਆ ਦੇ ਹੋਰ ਦਰਦ ਤੋਂ ਬਚਾਉਣ ਲਈ ਉਸਾਰੀ ਗਈ ਹੈ। ਤੇ ਆਖਰ ਵਿੱਚ ਇੱਕ ਸਵਾਲ ਰਹਿ ਜਾਂਦਾ ਹੈ ਕਿ ਕੋਈ ਵੱਡਾ ਦਿਲ ਟੁੱਟਣਾ, ਕੋਈ ਗਹਿਰਾ ਦੁੱਖ ਸਾਡੀ ਆਪਣੇ ਬਾਰੇ ਦੀ ਸੋਚ ਨੂੰ ਹਮੇਸ਼ਾ ਲਈ ਬਦਲ ਸਕਦਾ ਹੈ? ਕੀ ਦਰਦ ਸਾਡੀ ਪਛਾਣ ਦਾ ਹਿੱਸਾ ਬਣ ਸਕਦਾ ਹੈ? ਕੰਡਿਆਲੀ ਥੋਰ ਕਵਿਤਾ ਦਾ ਜਵਾਬ ਤਾਂ ਹਾਂ ਵਿੱਚ ਹੈ।